ਗੱਲ ਜਾਣਨੇ ਆ ਭਈ ਇਹਨਾਂ ਦੋਵਾਂ ਜਮਾਤਾਂ ਨੂੰ ਜੇ ਕੋਈ ਫੜਨ ਵਾਲਾ ਤੇ ਉਹ ਇਮਰਾਨ ਖਾਨ ਹੈ। ਅਸੀਂ ਤਾਂ ਹੁੰਦਲੀ ਸਾਹਿਬ ਵੀ ਤਾਂ ਵੋਟ ਦਿੰਦੇ ਆ। ਹੁੰਦਲੀ ਸਾਹਿਬ ਕਿੱਦਾਂ ਮਰਜ਼ੀ ਚੱਲ ਜਾਣ। ਹਾਂ ਚੂਰੇ ਬੰਦੇ ਨੇ ਹੁੰਦਲੀ ਸਾਹਿਬ ਖਿਲਾ ਲਿਆ ਹਾਂ ਵੋਟ ਹੁੰਦਲੀ ਸਾਹਿਬ ਨੂੰ ਦੇਣਾ ਵੋਟ। ਇਹ ਖਾਨ ਸਾਹਿਬ ਕਹਿੰਦੇ ਹਾਂ ਜੀ ਬਿੱਲ ਸਾਰ ਦਿਓ ਨਾ ਉੱਥੇ ਇਸਲਾਮਾਬਾਦ ਧਰਨਾ ਹੈ ਤਾਂ ਬਿੱਲ ਸਾਰ ਦਿਓ ਕਿਉਂ ਜੀ 8 ਰੁਪਏ ਯੂਨਿਟ ਹੋ ਗਈ ਹੁਣ 17 ਰੁਪਏ ਯੂਨਿਟ ਹੋ ਗਈ ਹੁਣ ਕੋਈ ਨਹੀਂ ਸਾਰਨ ਜਾਂਦੇ ਕਿ ਅਸੀਂ ਡਾਊਨ ਹਾਂ ਹੁਣ ਅਲਹਮਦੁਲਿਲਾ ਅਸੀਂ ਅਪ ਹੋ ਗਏ ਹਾਂ। ਇੱਥੇ ਜੇ ਗੈਸ ਆਈ ਹੈ ਤਾਂ ਫਿਰਦੌਸ ਨੇ ਲਿਆਂਦੀ। ਜੰਗ ਨੂਨ ਲੀਗ ਤੇ ਪੀਟੀਆਈ ਦੀ ਇਹ ਨਵਾਜ਼ ਸ਼ਰੀਫ ਇਹ ਪਰਚੀ ਵੇਖ ਕੇ ਜਨਾਬ ਜੀ ਤਕਰੀਰ ਕੀਤੀ। ਇਮਰਾਨ ਖਾਨ ਫੇਸ ਟੂ ਫੇਸ ਤਕਰੀਰ ਪਿਆ ਕਰਦੇ। ਹੁੰਦਲੀ ਸਾਹਿਬ ਨੂੰ ਬਸ ਵੋਟ ਦੇਣਾ। ਪੀਟੀਆਈ ਨੂੰ ਨਹੀਂ ਦੇ ਰਹੇ। ਪੀਟੀਆਈ ਨੇ ਅਸੀਂ ਹੁੰਦਲੀ ਸਾਹਿਬ ਦੇ ਰਹੇ ਹੋ ਸਾਡਾ ਵੀਰ ਹੈ। ਉਹਨਾਂ ਦੇ ਕਹਿਣ ਦੇ ਉੱਤੇ ਜੀ ਉਹਨਾਂ ਕਹਿੰਦੇ ਵੋਟ ਦੇਣ ਦੇ। ਉਹ ਅਗਰ ਕਹਿਣ ਕਿ ਭਾਈ ਖੰਬੇ ਨੂੰ ਵੋਟ ਦਿਓ ਖੰਬੇ ਦੇ ਦਾਂਗੇ ਵੋਟ ਅਸੀਂ। 35 ਸਾਲ 40 ਸਾਲ ਤੋਂ ਲੋਕ ਨੇ ਇਹਨਾਂ ਤੇ ਆਪਣੇ ਢਿੱਡ ਭਰੇ ਨੇ। ਕਿੰਨੇ ਪੈਸੇ ਜਾਂਦੇ ਜ਼ਿੰਦਾਬਾਦ ਜ਼ਿੰਦਾਬਾਦ। ਬਿਮਾਰ ਹੋ ਜਾਂਦੇ ਨੇ ਜੀ ਸਾਨੂੰ ਦਿਲ ਦਾ मसला हो गया। पाकिस्तान च ऑपरेशन नहीं होंगे। अस्सलाम वालेकुम नाज़रीन, HN न्यूज़ के साथ मैं हूं असदुर रहमान और इस वक्त मैं मौजूद हल्का PP 38 में जहां पर 28 जुलाई को दोबारा इलेक्शन हो रहे हैं और हम आवाम से व्यू जानने की कोशिश कर रहे हैं कि वो किस सियासी जमात को सपोर्ट करते हैं। इस वक्त हमारे साथ एक बुजुर्ग मौजूद हैं, आइए हम इनसे बात करते हैं। अस्सलाम वालेकुम। वालेकुम सलाम जी। अच्छा जी जी ਤੁਹਾਡੇ ਇਸ ਹਲਕੇ ਦੇ ਅੰਦਰ ਇਲੈਕਸ਼ਨ ਹੈ 28 ਤਰੀਕ ਨੂੰ ਤੇ ਮੈਨੂੰ ਦੱਸਾ ਜੀ ਤੁਹਾਡੇ ਖਿਆਲ ਦੇ ਨਾਲ ਕਿਹੜੀ ਸਿਆਸੀ ਜਮਾਤ ਦਾ ਪਲੜਾ ਪਾ ਰਹੀ ਹੈ। ਪੀਟੀਆਈ ਦਾ ਪਲੜਾ ਭਾਰੀ ਹੈ। ਪੀਟੀਆਈ ਦਾ ਪਲੜਾ ਭਾਰੀ ਹੈ। ਉਹ ਕਿਸ ਤਰ੍ਹਾਂ? ਉਹ ਇਸੇ ਤਰ੍ਹਾਂ ਹੈ ਕਿ ਪੀਟੀਆਈ ਦੀ ਹੈ ਕਿ ਜਮਾਤ ਜਿਹੜੀ ਹੈ ਜਿਨ੍ਹਾਂ ਨੂੰ ਉਹਨਾਂ ਨੇ ਟਿਕਟ ਦਿੱਤੀ ਹੈ ਉਹਨਾਂ ਕੋਲ ਫੰਡ ਨੇ ਉਹ ਲੋਕਾਂ ਦੇ ਕੰਮ ਕਰਵਾਉਣ ਤੇ ਨਾਲੇ ਇਹ ਜਿਹੜੇ ਹੈ ਕਿ ਸਾਬਕਾ ਕਿ 35 ਸਾਲ 40 ਸਾਲ ਤੋਂ ਲੋਕ ਨੇ ਇਹਨਾਂ ਤੇ ਆਪਣੇ ਢਿੱਡ ਭਰੇ ਨੇ। ਇਹਨਾਂ ਹਲਕੇ ਦਾ ਤਾਂ ਕੁਝ ਨਹੀਂ ਕੀਤਾ, ਕੋਈ ਕੰਮ ਨਹੀਂ ਕੀਤਾ। ਨਾ ਇੱਥੇ ਜੇ ਗੈਸ ਆਈ ਹੈ ਤਾਂ ਫਿਰਦੌਸ ਨੇ ਲਿਆਂਦੀ ਹੈ। ਹੋਰ ਉਹਨਾਂ ਦੇ ਤਾਂ ਕਿ ਪਿੰਡ ਦੇ ਵਿੱਚ ਗੈਸ ਕੋਲ ਨੇ। ਅੱਛਾ ਉਹਨਾਂ ਸੜਕਾਂ ਸੁੜਕਾਂ ਨਹੀਂ ਬਣਾਈਆਂ? ਨਾ ਕੁਝ ਵੀ ਨਹੀਂ ਬਣਾਇਆ। ਕੋਈ ਕੰਮ ਨਹੀਂ ਉਹਨਾਂ ਕੀਤਾ। ਆਪਣਾ ਕੰਮ ਕੀਤਾ। ਲੇਕਿਨ ਜਿਹੜਾ ਵੀ ਕੀਤਾ ਆਪਣਾ ਹੀ ਕੰਮ ਕੀਤਾ ਉਹਨਾਂ ਨੇ। ਆਪਣਾ ਹੀ ਉਹ ਲੇਕਿਨ ਆਵਾਮ ਵਾਸਤੇ ਉਹਨਾਂ ਕੁਝ ਨਹੀਂ ਕੀਤਾ। ਲੇਕਿਨ ਅਸੀਂ ਇੱਥੇ ਕੁਝ ਲੋਕਾਂ ਨਾਲ ਬਾਤ ਕਰਨੇ ਪਏ। ਭਰਤੀਆਂ ਕਰਵਾਈਆਂ ਮੁਲਾਜ਼ਮਾਂ ਦਾ ਤੇ ਉਹ ਤੁਹਾਨੂੰ ਪਤਾ ਵੀ ਕਿ ਕਿਸ ਤਰ੍ਹਾਂ ਹੁੰਦੀਆਂ ਨੇ। ਅੱਛਾ ਰਿਸ਼ਵਤ ਲਾ ਕੇ ਹੁੰਦੀਆਂ ਨੇ। ਉਹ ਕੰਮ ਇਸੇ ਤਰ੍ਹਾਂ ਦਾ ਨਹੀਂ ਕੀਤਾ ਜਿਹਦੇ ਵਿੱਚ ਆਵਾਮ ਦਾ ਮਫਾਦ ਹੋਵੇ, ਆਪਣਾ ਮਫਾਦ ਲਾ ਕੇ ਤੇ ਫਿਰ ਕੀਤਾ ਨਾ। ਸਿਆਸੀ ਜਮਾਤ ਜੇ ਦੇਖਿਆ ਜਾਏ ਤੇ ਪਿਛਲੇ 3 ਸਾਲ ਦੀ ਕਾਰਗੁਜ਼ਾਰੀ ਆਵਾਮ ਦੇ ਸਾਹਮਣੇ ਇਸ ਹਿਸਾਬ ਨਾਲ ਤੇ ਮੇਰਾ ਖਿਆਲ ਕਹਿੰਦਾ ਕਿ ਨੂਨ ਲੀਗ ਹੀ ਬਿਹਤਰ। ਫਿਰ ਨੂਨ ਲੀਗ ਬਿਹਤਰ ਬਿਜ਼ਨਸ ਦੇ ਹਿਸਾਬ ਨਾਲ ਲੋਕ ਖੁਸ਼ਹਾਲ ਸਨ। ਬਿਜ਼ਨਸ ਹੀ ਮੁਲਕ ਦੇ ਅੰਦਰ ਲੋਕ ਖੁਸ਼ਹਾਲ ਸਨ। ਮੈਂ ਓਵਰਸੀਜ਼ ਹਾਂ, ਮੈਂ ਕਮ ਪੈਸੇ ਘੱਲਣਾ ਹੁਣ ਗੁਜ਼ਾਰਾ ਅੱਛਾ ਹੋ ਰਿਹਾ। ਹੁਣ ਜ਼ਿਆਦਾ ਘੱਲਨੇ ਆ ਤੇ ਇੱਥੇ ਮਾਸ਼ਾਅੱਲਾ ਬਿੱਲ ਦਾ 1000 ਆਉਂਦਾ ਬਿਜਲੀ ਦਾ ਪਿਆ। ਇਹ ਖਾਨ ਸਾਹਿਬ ਕਹਿੰਦੇ ਹਾਂ ਜੀ ਬਿੱਲ ਸਾਰ ਦਿਓ ਨਾ ਉੱਥੇ ਇਸਲਾਮਾਬਾਦ ਧਰਨਾ ਹੈ ਤਾਂ ਬਿੱਲ ਸਾਰ ਦਿਓ ਕਿਉਂ ਜੀ 8 ਰੁਪਏ ਯੂਨਿਟ ਹੋ ਗਈ ਹੁਣ 17 ਰੁਪਏ ਯੂਨਿਟ ਹੋ ਗਈ ਹੁਣ ਕੋਈ ਨਹੀਂ ਸਾਰਨ ਜਾਂਦੇ। ਅੱਛਾ ਚਲੋ 25 17 ਵੀ ਲਾਓ ਹਾਂ ਹੁਣ ਬਿੱਲ ਸਾਰਨ ਕੋਈ ਬੰਦਾ ਨਹੀਂ ਜਾ ਰਿਹਾ। ਫੈਜ਼ਾਬਾਦ ਹੁਣ ਕੋਈ ਧਰਨਾ ਨਹੀਂ ਦੇ ਰਿਹਾ। ਅਗਰ ਧਰਨਾ ਦੇਣ ਦਾ ਕੋਈ ਨਾ ਲੈਣਾ ਧਰਨਾ ਦੇਈਏ ਫਿਰ ਮੁਲਕ ਨੂੰ ਨੁਕਸਾਨ ਹੈ ਧਰਨੇ ਦਾ। ਤੇ ਜਿਹੜਾ 4 ਮਹੀਨੇ ਖੁਦ ਧਰਨਾ ਦਿੱਤਾ ਉਹਦੇ ਨਾਲ ਮੁਲਕ ਨੂੰ ਬਹੁਤ ਫਾਇਦਾ ਹੋਇਆ ਜਿੱਦੀ ਅੱਜ ਅਸੀਂ ਭੁਗਤਣ ਦੇ ਆ ਪਏ। ਨਹੀਂ ਉਦੋਂ ਉਹਨੇ ਜਿਹੜਾ ਧਰਨਾ ਦਿੱਤਾ ਸੀ ਉਹਦੀ ਤੇ ਵਜ੍ਹਾ ਸੀ ਉਹਨੇ ਕਿਹਾ ਸੀ ਕਿ ਚੰਦ ਇੱਕ ਹਲਕੇ ਨੇ ਉਹਨਾਂ ਨੂੰ ਓਪਨ ਕਰ ਦਿਓ ਤੇ ਜਦੋਂ ਇੱਥੇ ਇਲੈਕਸ਼ਨ ਦੀ ਬਾਤ ਹੋਈ ਇਹਨੇ ਕਿਹਾ ਸੀ ਕਿ ਤੁਹਾਨੂੰ ਜਿਹੜੇ ਹਲਕੇ ਚਾਹੀਦੇ ਨੇ ਅਸੀਂ ਓਪਨ ਕਰ ਦਿੰਦੇ ਹਾਂ। ਚਲੋ ਖੁਸ਼ ਕਿਸਮਤੀ ਉਹਨਾਂ ਦੀ ਲਾਓ ਜਿਹੜੇ ਆਸ਼ਮ ਆਵਾਮ 'ਚ ਬੈਠੇ। ਪੀਟੀਆਈ ਜੀ ਉਹਦੀ ਵਜ੍ਹਾ ਪੀਟੀਆਈ ਕੰਮ ਕਰਵਾਉਂਦੀ ਹੈ। ਅੱਛਾ ਸ਼ੇਰ ਕੰਮ ਨਹੀਂ ਕਰਵਾਉਂਦਾ ਬਾਅਦ ਮੁਲਕ ਭੱਜ ਜਾਂਦੇ ਨੇ। ਆਵਾਮ ਇੱਥੇ ਭੁੱਖੀ ਮਰਦੀ ਹੈ। ਫਿਰ ਗੱਲ ਤਾਂ ਇਹ ਹੀ ਹੈ ਨਾ। ਉੱਥੇ ਜਾ ਕੇ ਬਹਿ ਜਾਂਦੇ ਨੇ ਬਿਮਾਰ ਹੋ ਜਾਂਦੇ ਨੇ ਜੀ ਸਾਨੂੰ ਦਿਲ ਦਾ ਮਸਲਾ ਹੋ ਗਿਆ। ਪਾਕਿਸਤਾਨ 'ਚ ਆਪਰੇਸ਼ਨ ਨਹੀਂ ਹੁੰਦੇ ਤੇ ਬਾਹਰ ਮੁਲਕਾਂ ਜਾ ਕੇ ਲੰਦਨਾਂ 'ਚ ਹੁੰਦੇ ਨੇ ਆਪਰੇਸ਼ਨ। ਮੈਨੂੰ ਦੱਸੋ ਪਹਿਲੋਂ ਮਤਲਬ ਤੁਹਾਡੇ ਖਿਆਲ ਨਾਲ ਪੀਟੀਆਈ ਜਿਹੜੀ ਹੈ ਉਹਦਾ ਪਲੜਾ ਮਾਰੀ ਹੈ। ਪੱਲਾ ਭਾਰੀ ਹੈ ਜੀ। ਜੀ ਅੱਛਾ ਤੇ ਇਹ ਦੇਖੋ ਨਾ ਇੱਕ ਪਾਸੇ ਹੁੰਦਲ ਖਾਨਦਾਨ ਹੈ ਜਿਹੜਾ ਵਰੀਓ ਖਾਨਦਾਨ ਹੈ तो इतनी देर तो वही असल के अंदर जितदा आ रहा है तो ਤੁਹਾਨੂੰ ਲੱਗਦਾ ਹੈ ਕਿ ਉਸ ਨੂੰ ਹਰਾਉਣ 'ਚ ਕਾਮਯਾਬ ਹੋ ਜਾਓਗੇ? ਪੀਟੀਆਈ ਜਿੱਤੀ ਹੁੰਦਲੀ ਸਾਹਿਬ ਜਿੱਤੇ ਨੇ ਇੱਥੇ ਪੀਪਲ ਪਾਰਟੀ ਦੇ ਦੌਰ 'ਚ ਜੀ। ਅੱਛਾ ਪੀਪਲ ਪਾਰਟੀ ਜਿੱਤੀ ਹੁੰਦਲੀ ਸਾਹਿਬ ਨੂੰ ਸੀਟ ਦਿੱਤੀ ਸੀ 2018 ਦੇ ਅੰਦਰ ਜਿਹੜਾ ਹੈ ਨਾ ਖੁਸ਼ ਅਖਤਰ ਸੁਭਾਨੀ ਸਾਹਿਬ ਜਿੱਤੇ। ਉਹ ਜਿੱਤੇ ਸੀ ਜੀ। ਉਹ ਅੱਲਾ ਨੂੰ ਪਿਆਰੇ ਹੋ ਗਏ ਨੇ ਹੁਣ। ਨਹੀਂ ਹੁਣ ਤੁਹਾਨੂੰ ਲੱਗਦਾ ਹੈ ਕਿ ਪੀਟੀਆਈ ਜਿੱਤ ਜਾਏਗੀ? ਅਸੀਂ ਜਨਾਬ ਪੀਟੀਆਈ ਨੂੰ ਕਰਨੇ ਆ। ਉਹਦੀ ਵਜ੍ਹਾ ਕਿ ਸਾਡੇ ਆਪਣਾ ਹਾਜੀ ਫਜ਼ਾਲ ਢਿੱਲੋਂ ਨੇ ਤੇ ਨਾਲੇ ਜੇ ਉਤਲੀ ਸਤਹ ਤੇ ਵੇਖੀਏ ਤੇ ਇਮਰਾਨ ਖਾਨ ਜਿਹੜਾ ਇਸ ਟਾਈਮ ਤਕਰੀਰ ਉਹਨੇ ਕੀਤੀ ਹੈ ਕਿ ਜਨਾਬ ਹੁਣ ਡਰੋਨ ਹਮਲੇ ਜੇ ਅਗਰ ਅਮਰੀਕਾ ਨੇ ਕੀਤੇ ਤੇ ਉਹਦਾ ਬਰਾਬਰ ਜਵਾਬ ਦਿੱਤਾ ਜਾਏਗਾ। ਸਹੀ ਹੈ ਕਿ ਨਹੀਂ? ਉਤਲੀ ਸਤਹ ਤੇ ਮੈਂ ਬਾਹਰ ਵੀ ਲੈ ਕੇ ਆਇਆ। ਉਤਲੀ ਸਤਹ ਤੇ ਵੇਖੀ ਜਾਈਏ ਤੇ ਸਾਡਾ ਜਿਹੜਾ ਨਾ ਸੇਰੋ ਸਾਹ ਨਾਲ ਬੁਲਾਉਂਦੇ ਕਿਉਂ ਕਿ ਅੱਗੇ ਅਸੀਂ ਡਾਊਨ ਹਾਂ ਹੁਣ ਅਲਹਮਦੁਲਿਲਾ ਅਸੀਂ ਅਪ ਹੋ ਗਏ ਹਾਂ। ਇਹ ਨਵਾਜ਼ ਸ਼ਰੀਫ ਇਹ ਪਰਚੀ ਵੇਖ ਕੇ ਜਨਾਬ ਜੀ ਤਕਰੀਰ ਕੀਤੀ। ਇਮਰਾਨ ਖਾਨ ਫੇਸ ਟੂ ਫੇਸ ਤਕਰੀਰ ਪਿਆ ਕਰਦਾ।
ਅੱਛਾ ਇਹਦੀ ਮੇਨ ਵਜ੍ਹਾ ਹੈ। ਠੀਕ ਹੈ। ਤੇ ਰਹੀ ਗੱਲ ਹੈ ਕਰਪਸ਼ਨ ਵਗੈਰਾ ਦੀ, ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ। ਅੱਛਾ ਤੇ ਦੇਖੋ ਨਾ ਆਮ ਆਵਾਮ ਹੈ ਨਾ ਜਿਹੜੀ, ਉਹ ਇਹੀ ਬਾਤ ਕਹਿ ਰਹੀ, ਕਹਿੰਦੀ ਭਾਈ ਬੇਸਿਕ ਜਿਹੜੀਆਂ ਚੀਜ਼ਾਂ ਨੇ, ਰੋਟੀ ਜਿਹੜੀਆਂ, ਕੱਪੜਾ, ਮਕਾਨ ਹੈ, ਸਾਰੀਆਂ ਚੀਜ਼ਾਂ ਆਵਾਮ ਦੀ ਪਹੁੰਚ ਤੋਂ ਦੂਰ ਹੁੰਦੀਆਂ ਪਈਆਂ ਨੇ। ਕਹਿੰਦੇ ਨਹੀਂ ਇਮਰਾਨ ਖਾਨ ਤੇ ਕੋਈ ਬਿਹਤਰੀ ਲੈ ਕੇ ਨਹੀਂ ਆ ਸਕਿਆ। ਵੇਖੋ ਜਨਾਬ ਜੀ, ਇੱਕ ਦੁਕਾਨ ਹੈ ਸਹੀ ਹੈ, ਉਹ ਕਿਸ਼ਤਾਂ ਤੇ ਤੁਸੀਂ ਚੀਜ਼ ਲੈ ਕੇ ਰੱਖਦੇ ਹੋ, ਕਿਸ਼ਤ ਕਿੰਨੇ ਪੇ ਕਰਨੀ? ਦੁਕਾਨਦਾਰ ਨਹੀਂ ਕਰਨੀ ਹੈ ਨਾ। ਇਹ ਸੇਮ ਹੈ ਪਾਕਿਸਤਾਨ ਦਾ ਹਿਸਾਬ ਹੈ ਕਿ ਨਾ ਜਨਾਬ ਜੀ, ਕਰ ਕਰਕੇ ਕਰਪਸ਼ਨ ਕਰ ਕਰਕੇ ਲੂਟ ਮਾਰ ਕਰ ਕਰਕੇ ਹੁਣ ਗਰੀਬ ਆਇਆ ਇਮਰਾਨ ਖਾਨ, ਤੇ ਇਹਨੂੰ ਆਸਤਾ ਆਸਤਾ ਸੈੱਟ ਕਰੇਗਾ ਮੁਲਕ ਨੂੰ। ਠੀਕ ਹੈ। ਠੀਕ ਹੈ ਨਾ। ਖਾਨ ਸਾਹਿਬ ਤੇ ਨੇ ਜਿਹੜਾ ਤਬਦੀਲੀ ਕਿਹਾ ਸੀ 18 ਦੇ ਅੰਦਰ, ਹਾਂਜੀ। ਤੁਸੀਂ ਉਹਦੇ ਤੋਂ ਮੁਤਮਿਨ नहीं ਨਹੀਂ? मुतमिन 18 के अंदर में कहे 3 साल गुजर के तब्दीली देख रहे हैं। तब्दीली इन्नी को आ जाएगी कि आवाम जरिए गरीब आवाम मिडल आवाम जरिए ना उन्हें बहुत नुकसान हो रहा है इस टाइम, भुखे ना आवाम, क्योंकि कारोबार बिजनेस है ही नहीं, कारोबार ना होने बराबर। कुछ कोरोना ने आके इन्हें बेनीफिट दिता है, हुकूमत ने बेनीफिट है कि कोरोना आ गया ना, वास्ते एक बहाना बन गया कि जी कोरोना है की करिए। कोरोना में जो मुल्क तरक्की पजीर मुल्क तबाह हो गए? नहीं, तबाह नहीं हुए, वो मजीद अगे जा रहे हैं, यही मजीद पीछे आ रहे हैं। की वजह? साढ़े मुल्क करप्शन तो धोखाधड़ी, ज़्यादातर अदारे है करप्ट ने। ਨਹੀਂ ਖਾਨ ਸਾਹਿਬ ਨੇ ਜਿਹੜੇ ਕਰਪਸ਼ਨ ਨੂੰ ਖਤਮ ਕਰਨ ਦੀ ਵੀ ਨਹੀਂ ਕੋਸ਼ਿਸ਼ ਹੋਏ। ਕੀਤੀ, ਨਹੀਂ ਹੋਏ। नहीं हुए जो ਕਿਆ ਤੁਸੀਂ ਸਮਝਦੇ ਹੋ ਇਹ ਜਿਹੜਾ ਹਲਕਾ ਹੈ ਇਹਦੇ ਤੋਂ ਤੁਹਾਨੂੰ ਕੀ ਲੱਗਦਾ, ਨੂਨ ਲੀਗ ਜਿੱਤੇਗੀ, ਪੀਟੀਆਈ ਜਿੱਤੇਗੀ? कारकर्दगी देख ਤੁਹਾਡੇ ਸਾਹਮਣੇ ਹੀ ਹੈ। ਕਾਰਗਰਦਗੀ ਇਹਨਾਂ ਦੋਵਾਂ ਜਿਹੜੇ ਐਸੇ ਮੁਖਾਲਫ ਨੇ, ਵਰੀਓ ਖਾਨਦਾਨ ਤੇ ਸਲੀਮ ਬਰਿਆਰ ਸਾਹਿਬ, ਇਹਨਾਂ ਦੀ ਆਪਸ 'ਚ ਜੰਗ ਇਹਨਾਂ ਦੀ ਨਹੀਂ ਹੈ, ਐਸੇ ਜੰਗ ਹੈ ਨੂਨ ਲੀਗ ਤੇ ਪੀਟੀਆਈ ਦੀ। ਅੱਛਾ। ਜੇ ਪੀਟੀਆਈ ਨੂੰ ਵੇਖਿਆ ਜਾਏ, ਕਾਰਗਰਦਗੀ ਵੇਖੀ ਜਾਏ ਤੇ ਸਲੀਮ ਬਰਿਆਰ ਨੂੰ ਮਾਰ ਸਿਰਫ ਪੀਟੀਆਈ ਤੋਂ ਪੈਣੀ ਹੈ, ਵਰਨਾ ਬੰਦੇ ਦੇ ਖਿਲਾਫ ਤੋਂ ਨਹੀਂ। ਇੱਥੇ ਇਸ ਟਾਈਮ ਪਾਰਟੀ ਦੀ ਜਿੱਤ ਹੈ। ਜੋ ਨੂਨ ਲੀਗ ਦੇ ਆਵਾਮ ਖੁਸ਼ ਹੈ ਨੂਨ ਲੀਗ ਦੇ ਨਾਲ, ਸਮਝਦੇ ਹੋ? ਆਵਾਮ ਚਾਹੁੰਦੀ ਹੈ ਨੂਨ ਲੀਗ ਦੁਬਾਰਾ ਆਏ, ਚਾਹੇ ਨਵਾਜ਼ ਸ਼ਰੀਫ ਆਏ, ਸ਼ਬਾਜ਼ ਸ਼ਰੀਫ ਆਏ, ਮਰੀਮ ਨਵਾਜ਼ ਆਏ, ਲੇਕਿਨ ਉਹ ਬੰਦਾ ਹੈ ਜਿਹੜਾ ਬਿਜ਼ਨਸ ਲਿਆਏ ਮੁਲਕ ਦੇ ਅੰਦਰ। ਠੀਕ ਹੈ। ਕਿਉਂਕਿ ਨਹੀਂ, ਅਸੀਂ ਇਸ ਹਲਕੇ ਦੀ ਬਾਤ ਕਰਨੇ ਪਏ। ਇਸ ਹਲਕੇ ਦੇ ਵਿੱਚ ਕਾਫੀ ਸਾਲਾਂ ਦੇ ਉੱਤੇ ਨੂਨ ਲੀਗ ਦੀ ਹੀ ਹੁਕੂਮਤ ਹੈ। ਹੁਕੂਮਤ, ਬਿਲਕੁਲ। ਠੀਕ ਹੈ, ਵਰੀਓ ਖਾਨਦਾਨ ਹੀ ਜਿੱਦਾਂ ਆ ਰਿਹਾ ਵੇ, ਬਿਲਕੁਲ। ਤੇ ਇਸ ਹਲਕੇ ਨੇ, ਉਹਨੇ ਇਸ ਹਲਕੇ ਦੇ ਅੰਦਰ ਕਿਹੜਾ ਕੰਮ ਕੀਤਾ? ਕੋਈ ਐਸੇ ਕੰਮ ਹੈ ਨੇ ਜਿਹੜਾ ਹਲਕੇ ਵਾਸਤੇ, ਲੋਕਾਂ ਵਾਸਤੇ ਕੁਝ ਨਹੀਂ ਕੀਤਾ? ਨਹੀਂ ਨਹੀਂ, ਕੁਝ ਵੀ ਨਹੀਂ। ਤੇ ਪੀਟੀਆਈ ਨੇ ਕੀ ਕੀਤਾ? ਪੀਟੀਆਈ ਨੇ ਕੀ ਕੀਤਾ? ਪੀਟੀਆਈ ਨੂੰ ਤੇ ਅਸੀਂ ਮੌਕਾ ਦੇਵਾਂਗੇ ਵੀ ਮਤਲਬ ਕਿ ਉਹ ਕਰੇ ਦੀ। ਅੱਛਾ। ਹਾਂ ਨਹੀਂ ਅਜ਼ਮਾਣਾ ਵੀ ਤਾਂ ਮੇਰਾ ਪੁੱਤਰ ਚਾਹੀਦਾ ਨਾ। ਬਿਲਕੁਲ ਬਿਲਕੁਲ। ਠੀਕ ਹਾਂ। ਹੈ। ਮਤਲਬ ਤੁਸੀਂ ਇਸ ਦਫਾ ਸਮਝਦੇ ਪਏ ਹੋ ਕਿ ਪੀਟੀਆਈ ਦਾ ਪਲੜਾ ਹੈ? ਪੀਟੀਆਈ ਆਉਣੀ ਚਾਹੀਦੀ ਹੈ ਨਾ ਸੜਕੇ ਦੇ ਵਿੱਚ ਆਦਕੀ। ਹਾਂ, ਉਹਨੂੰ ਵੇਖਣਾ ਚਾਹੀਦਾ ਵੀ ਉਹ ਕੀ ਕਰਦੀ। ਹਾਂ, ਇੱਕ ਪਾਸੇ ਵੇਖੋ ਵਰੀਓ ਖਾਨਦਾਨ ਹੈ, ਦੂਸਰੇ ਪਾਸੇ ਹੁਣ ਹੈ ਪੀਟੀਆਈ ਹੈ, ਤੇ ਤੁਸੀਂ ਸਮਝਦੇ ਪਏ ਹੋ ਪੀਟੀਆਈ ਜਿਹੜੀ ਉਹ ਵਿਨ ਕਰ ਲੇਗੀ? ਪੀਟੀਆਈ ਵਿਨ ਕਰੇ ਦੀ। ਤਾਰ ਹੁੰਦਲੀ ਤੇ ਫਰਦੋਸ ਦੀ ਵਜ੍ਹਾ ਨਾਲ ਤੇ ਪਾਰਟੀ ਮਤਲਬ ਕਿ ਇਸਲਾਮਾਬਾਦ ਤੋਂ ਲੈ ਕੇ ਥੱਲੇ ਤੱਕ ਰਹੀ ਦੀ ਵਜ੍ਹਾ ਨਾਲ ਪਾਰਟੀ ਪੀਟੀਆਈ ਵਿਨ ਕਰੇ ਦੀ। ਅੱਛਾ, 2018 ਦਾ ਜਦੋਂ ਇਲੈਕਸ਼ਨ ਹੋਇਆ ਸੀ ਉਦੋਂ ਵੀ ਇਮਰਾਨ ਖਾਨ ਸਾਹਿਬ ਨੇ ਤਬਦੀਲੀ ਦਾ ਨਾਂ ਲਿਆ ਸੀ, ਲੇਕਿਨ ਲੋਕੀ ਤੇ ਕਹਿੰਦੇ ਨੇ ਉਹ ਜਿਹੜੀਆਂ ਬੇਸਿਕ ਚੀਜ਼ਾਂ ਨੇ, ਰੋਟੀ, ਕੱਪੜਾ, ਮਕਾਨ, ਸਾਰੀਆਂ ਚੀਜ਼ਾਂ ਸਾਡੀ ਪਹੁੰਚ ਤੋਂ ਦੂਰ ਹੋ ਗਈਆਂ। ਇੰਨੀ ਸਪੀਡ ਨਾਲ ਤੇ ਨਹੀਂ ਨਾ ਹੁੰਦਾ ਸਭ ਕੁਝ। ਆਪ ਕੋਈ ਮਤਲਬ ਕਿ ਕੋਈ ਜਾਦੂ ਦਾ ਖੇਡ ਹੈ। ਅੱਛਾ। ਆਪ ਹੀ ਇਹ ਲੁੱਟੇ ਜਾਂ ਤੇ ਮਤਲਬ ਕਿ ਇੱਕ ਘਰ ਹੋਵੇ ਤੇ ਉਹ ਬੜੀ ਦੇਰ ਮਤਲਬ ਕਿ ਜਾ ਕੇ ਤੇ ਮਤਲਬ ਕਿ ਸੰਭਲਦਾ ਤੇ ਮੁੜ ਹੈ। ਅੱਛਾ, ਮਤਲਬ ਟਾਈਮ ਦੇਣਾ ਚਾਹੀਦਾ। ਟਾਈਮ ਦੇਣਾ ਚਾਹੀਦਾ ਨਾ, ਟਾਈਮ ਨਾਲ ਮਤਲਬ ਕਿ ਟਾਈਮ ਉਹ ਮਤਲਬ ਕਿ ਮਿਲੇ ਤੇ ਫੇਰ ਗੱਲ ਹੁੰਦੀ ਹੈ ਸਾਰਾ ਕੰਮ। ਹੋਰ ਕਿੰਨਾ ਕੁ ਟਾਈਮ ਮਿਲਣਾ ਚਾਹੀਦਾ? ਟਾਈਮ ਆ ਵੀ ਮਤਲਬ ਕਿ 3 ਸਾਲ ਤੇ ਮਿਲਣੇ ਚਾਹੀਦੇ ਨੇ ਕਿ ਨਹੀਂ? ਲੋਕੀ ਕਹਿੰਦੇ ਨੇ ਕਿ ਅਗਰ ਨੂਨ ਲੀਗ ਨੇ ਖਾਦਾ ਤੇ ਉਹਨੇ ਲਾਇਆ ਵੀ ਹੈਗਾ, ਤੇ ਤੁਸੀਂ ਇਹਨੂੰ ਕਿਸ ਤਰ੍ਹਾਂ ਸਮਝਦੇ ਹੋ? ਕਿਹਨੂੰ? ਉਹ ਕਹਿੰਦੇ ਨੇ ਕਿ ਅਗਰ ਉਹਨਾਂ ਨੇ ਖਾਦਾ ਹੈ ਨਾ, ਉਹਨਾਂ ਨੇ ਆਵਾਮ ਦੇ ਉੱਤੇ ਲਾਇਆ ਵੀ। ਅਸੀਂ ਮੇਰਾ ਪੁੱਤਰ ਇੱਕੋ ਹੀ ਗੱਲ ਜਾਣਦੇ ਆ ਭਈ ਇਹਨਾਂ ਦੋਵਾਂ ਜਮਾਤਾਂ ਨੂੰ ਜੇ ਕੋਈ ਫੜਨ ਵਾਲਾ ਤੇ ਉਹ ਇਮਰਾਨ ਖਾਨ ਹੈ। ਅੱਛਾ। ਨਹੀਂ ਤੇ ਇਹਨਾਂ ਵਾਰੀਆਂ ਮੱਲੀਆਂ ਸਨ। ਅੱਛਾ। ਅਸੀਂ ਇਸੇ ਗੱਲ ਤੇ ਖੁਸ਼ ਹਾਂ ਵੀ ਇਮਰਾਨ ਖਾਨ ਜਿਹੜਾ ਉਹ ਇਹਨਾਂ ਨੂੰ ਪਿਆ ਪੁੱਛਦਾ ਤੇ ਇਹਨਾਂ ਕੋਲ ਹਿਸਾਬ ਕਿਤਾਬ ਪਿਆ ਲੈਂਦਾ। ਠੀਕ ਹੈ। ਆ ਬਸ ਇਸੇ ਚੀਜ਼ ਤੇ ਅਸੀਂ ਪਹਿਲੋਂ ਵੀ ਕਰਕੇ ਖਾਂਦੇ ਸਾਂ, ਹੁਣ ਵੀ ਅਸਾਂ ਕਰਕੇ ਖਾਣੇ। ਤੇ ਤੁਹਾਨੂੰ ਲੱਗਦਾ ਹੈ ਕਿ ਇਮਰਾਨ ਖਾਨ ਇਹਨਾਂ ਕੋਲ ਜਿਹੜਾ ਹਿਸਾਬ ਹੈ ਉਹ ਲੈਣ 'ਚ ਕਾਮਯਾਬ ਹੋ ਜਾਏਗਾ? ਇਨਸ਼ਾਅੱਲਾ ਇਨਸ਼ਾਅੱਲਾ। ਹਾਂ। ਅੱਛਾ, ਤੇ ਅਗਰ ਐਸਐਨ ਸਲੀਮ ਬਰਿਆਰ ਹੈ ਜਿਹੜਾ, ਉਹ ਲੋਕੀ ਤੇ ਕਹਿੰਦੇ ਨੇ ਉਹ ਇੱਕ ਮੁੰਡਾ ਜਿਹਾ ਹੈਗਾ, ਉਹਨੇ ਕੀ ਕਰਨਾ ਹੈ? ਥੋੜੀ ਜਿਹੀ ਉਮਰ ਹੈ। ਭਾਵੇਂ ਮੈਂ ਕਿ ਉਹਦੇ ਮੈਂ ਕਿ ਵਡੇਰੇ ਤੇ ਉਹਦੇ ਨਾਲ ਨੇ ਨਾ, ਉਹ ਹੀਰੇ ਬੰਦੇ ਨੇ, ਉਹ ਆਵਾਮ ਵਾਸਤੇ ਕੁਝ ਕਰਨਾ ਜਾਣਦੇ ਨੇ, ਉਹ ਕਰਦੇ ਵੀ ਨੇ। ਮਤਲਬ ਇਸ ਹਲਕੇ ਵਾਸਤੇ ਠੀਕ ਨੇ ਉਹ ਇਸ ਹਲਕੇ ਵਾਸਤੇ ਉਹ ਠੀਕ ਨੇ। ਆ ਉਹ ਆਪਣੇ ਮੈਂ ਕਿ ਮੈਰਿਜ ਹਾਲ ਨਹੀਂ ਬਣਾਉਣ ਦੇ, ਇਹਨਾਂ ਤੇ ਮੈਂ ਕਿ ਬੜਾ ਕੁਝ ਬਣਾ ਲੇ। ਅੱਛਾ, ਚਲੋ ਸਹੀ। ਪੀਟੀਆਈ ਦਾ ਯੋਰ ਹੈ, ਦੋਵਾਂ ਧਿਰਾਂ ਦਾ ਪੱਲਾ ਇਸ ਤਰ੍ਹਾਂ ਹੀ ਹੈ। ਗੱਲ ਯੋਰ ਦੋਵਾਂ ਧਿਰਾਂ ਦਾ ਯਾਰ ਲਾਣ ਡੇ ਨੇ। ਇਹ ਅੱਲਾ ਨੂੰ ਪਤਾ ਹੈ ਨਾ ਹੁਣ।
ਪੀਟੀਆਈ ਜਿੱਤਣਾ ਜਾਂ 6 ਨੇ ਜਿੱਤਣਾ, ਇਹ ਤੇ ਅੱਲਾ ਨੂੰ ਪਤਾ ਹੈ। ਅੱਛਾ, ਕਿਹੜੀ ਚੀਜ਼ ਹੈ ਕਿ ਜਿਹਦੇ ਨੂੰ ਤੁਸੀਂ ਬੇਸ ਬਣਾ ਕੇ ਕਹਿੰਦੇ ਪਏ ਹੋ ਕਿ ਪੀਟੀਆਈ ਜੇ ਜਾਏਗੀ? ਮੈਂ ਪੀਟੀਆਈ ਦਾ ਬੰਦਾ ਵਾਂ, ਹੁੰਦਰੀ ਸਾਹਿਬ ਦਾ ਬੰਦਾ ਵਾਂ, ਤੇ ਹੁੰਦਰੀ ਸਾਹਿਬ ਨੂੰ ਵੋਟ ਦੇਣਾ, ਹੁੰਦਰੀ ਸਾਹਿਬ ਦੀ ਵਜ੍ਹਾ ਤੋਂ ਵੋਟ ਦੇਣਾ ਅੱਛਾ, ਸਾਡੇ ਕੋਲ ਜਿਹੜਾ ਮਰਜ਼ੀ ਆਈਏ। ਠੀਕ ਹੈ। ਅੱਛਾ, ਤੇ ਖਾਨ ਸਾਹਿਬ ਨੇ ਜਿਹੜਾ 2018 ਤੋਂ ਲੈ ਕੇ ਹੁਣ ਤੱਕ ਜਿਹੜੀ ਕੋਈ ਕਾਰਕਰਦਗੀ ਉਹਦੇ ਮਤਲਬ ਕੁਝ ਕਹਿਣਾ ਚਾਹੋਗੇ? ਉਹਨੇ ਪਾਬੰਦੀਆਂ ਲਾਈਆਂ ਨੇ ਸਾਰੇ ਪਾਸੇ, ਪਾਬੰਦੀਆਂ ਦੇ ਰੇਟ ਚਲੋ ਵਧਾਉਂਦਾ, ਤੇਲ ਵੀ ਵਧਾਉਂਦਾ, ਮਾੜੇ ਬੰਦੇ ਗਰੀਬ ਲੋਕ ਨੇ ਚਾਂਗੜੀਆਂ ਵਾਲੇ ਤੇਲ ਦੇ ਅੰਜਰੋਂ ਹਰ ਮਹੀਨੇ ਬਾਅਦ ਤੇਲ ਵਧਾ 5-6 ਰੁਪਏ ਵਧਾਉਂਦਾ, ਤੇ ਉੱਥੇ 20 ਰੁਪਏ ਵਧੇ ਹੁੰਦਾ ਨਾਲ ਤੇਲ ਵੀ। ਅੱਛਾ, ਠੀਕ ਹੈ। ਅਸੀਂ ਤਾਂ ਹੁੰਦਰੀ ਸਾਹਿਬ ਵੀ ਤਾਂ ਵੋਟ ਦਿੰਦੇ ਆ, ਹੁੰਦਰੀ ਸਾਹਿਬ ਕਿੱਦਾਂ ਮਰਜ਼ੀ ਚੱਲ ਜਾਣ। ਹਾਂ, ਚੂਰੇ ਬੰਦੇ ਨੇ ਹੁੰਦਰੀ ਸਾਹਿਬ ਖਿਲਾ ਲਿਆ, ਵੋਟ ਹੁੰਦਰੀ ਸਾਹਿਬ ਨੂੰ ਦੇਣਾ ਵੋਟ। ਅੱਛਾ, ਉਸ ਨੂੰ ਹੁੰਦਲੀ ਸਾਹਿਬ ਨੇ, ਹੁੰਦਲੀ ਸਾਹਿਬ ਨੂੰ ਬਸ ਵੋਟ ਦੇਣਾ। ਪੀਟੀਆਈ ਨੂੰ ਨਹੀਂ ਦੇ ਰਹੇ? ਪੀਟੀਆਈ ਨੇ ਅਸੀਂ ਹੁੰਦਰੀ ਸਾਹਿਬ ਨੂੰ ਦੇ ਰਹੇ, ਉਹ ਸਾਡਾ ਵੀਰ ਹੈ, ਅੱਛਾ, ਭਰਾ ਹੈ, ਇਸ ਪਿੰਡ ਦਾ ਨਾਲ ਮਾਸੀ ਦਾ ਪੁੱਤਰ ਹੈ ਮੇਰੀ ਦਾ, ਇਸ ਪਿੰਡ ਦਾ ਨਾਲੇ। ਠੀਕ ਹੈ, ਮਤਲਬ ਉਹਨਾਂ ਦੇ ਕਹਿਣ ਦੇ ਉੱਤੇ ਜੀ ਉਹਨਾਂ ਕਹਿੰਦੇ ਵੋਟ ਦੇਣ ਦੇ। ਉਹ ਅਗਰ ਕਹਿਣ ਕਿ ਭਾਈ ਖੰਬੇ ਨੂੰ ਵੋਟ ਦਿਓ ਖੰਬੇ ਨੂੰ ਦੇ ਦਾਂਗੇ ਵੋਟ ਅਸੀਂ। ਅੱਛਾ ਜੀ, ਮਤਲਬ ਉਹਨਾਂ ਦੇ ਪਿੱਛੇ? ਹਾਂਜੀ, ਉਹਨਾਂ ਦੇ ਪਿੱਛੇ, ਉਹਨਾਂ ਪਿੱਛੇ ਮਰਨਾ, ਉਹਨਾਂ ਪਿੱਛੇ ਜੀਣਾ। ਨਾ ਪੀਪੀ, ਨਾ ਨੂਨ ਲੀਗ, ਨਾ ਪੀਟੀਆਈ, ਕੋਈ ਵੀ ਨਹੀਂ? ਨਹੀਂ, ਅਸੀਂ ਉਹਨਾਂ ਵਾਸਤੇ ਵੋਟ ਦੇਣ ਦੇ ਆ ਜੀ। ਉਹਦੀ ਕੀ ਵਜ੍ਹਾ ਹੈ ਕਿ ਤੁਸੀਂ ਇੰਨਾ? ਸਾਡੇ ਨਾਲ ਪਿਆਰ ਕਰਦੇ ਨੇ, ਚੇਅਰਮੈਨ ਸਾਹਿਬ ਵੀ ਸਾਡੇ ਨਾਲ ਪਿਆਰ ਕਰਦਾ ਹੈ। ਅੱਛਾ, ਇਹ ਗੁੱਜਰ ਜਿਹੜੇ ਹੁੰਦੇ ਵਾਲੇ ਸਰ ਪਿਆਰ ਕਰਦੇ ਨੇ। ਅੱਛਾ ਜੀ, ਠੀਕ ਹੋ। ਪਰ ਸਾਫ ਨਹੀਂ ਹੋ ਸਕਦਾ, ਕਾਫੀ ਅਰਸੇ ਤੋਂ ਯਾਨੀ ਕਿ ਘਰਾਂ ਵਾਪਸ ਪਾਣੀ ਘਰਾਂ ਜਾਣ ਲੱਗ ਪਿਆ। ਅੱਛਾ, ਛੱਪਰ ਉੱਚਾ ਮਤਲਬ ਕੰਮ ਨਹੀਂ ਹੋਇਆ। ਲੇਕਿਨ ਫਿਰ ਪਿਛਲੇ ਕੁਝ ਸਾਲਾਂ ਤੋਂ ਨੂਨ ਲੀਗ ਦੀ ਹੀ ਹੁਕੂਮਤ ਹੀ ਨਹੀਂ, ਪੀਪੀ ਦੀ ਹੁਕੂਮਤ ਰਹੀ 5 ਸਾਲ। ਜੀ। ਉਹਦੇ 5 ਸਾਲ ਹੁਕੂਮਤ ਦੇ ਵਿੱਚ ਗੈਸ ਆਈ ਸਾਡੇ ਪਿੰਡ ਪੀਪੀ ਦੇ ਹੁਕੂਮਤ 'ਚ, ਆ ਰੋਡ ਤਮੀਰ ਹੋਇਆ ਪੀਪੀ ਦੇ ਹੁਕੂਮਤ 'ਚ। ਸਹੀ ਹੈ। ਉਸ ਤੋਂ ਪਹਿਲਾਂ ਗਲੀਆਂ ਤਮੀਰ ਹੋਈਆਂ ਸਨ, ਉਹ ਚਲੋ ਅਕਮਲ ਚੀਮੇ ਦੇ ਚਲੋ ਓਵਰਆਲ ਤੁਹਾਨੂੰ ਲੱਗਦਾ ਕਿ ਕਾਂਟੇ ਦਾ ਮੁਕਾਬਲਾ ਹੋਵੇਗਾ? ਕਾਂਟੇ ਦਾ ਮੁਕਾਬਲਾ। ਚਲ ਅੱਛਾ, ਤੇ ਇਹ ਜਿਹੜਾ ਵੇ ਪੂਰਾ ਹਲਕਾ ਵੈਸੇ ਇਹਦੇ 'ਚ ਤੁਹਾਨੂੰ ਲੱਗਦਾ ਪਿਆ ਪੀਟੀਆਈ ਦਾ ਹਲਕਾ ਅਲਹਮਦੁਲਿਲਾ ਜਨਾਬ, ਅਸੀਂ ਸਪੋਰਟ ਕਰ ਰਹੇ ਹਾਂ ਹਾਜੀ ਫਜ਼ਾਲ ਢਿੱਲੋਂ ਨੂੰ, ਪੀਟੀਆਈ ਨੂੰ। ਪੀਟੀਆਈ ਸਹੀ ਹੈ। ਜਿਹੜੀ ਮੇਨ ਵਜ੍ਹਾ ਇਹ ਵੇ ਕਿ ਇਹਨੇ ਉਤਲੀ ਸਤ੍ਹਾ ਤੇ ਵੀ ਬੜਾ ਕੰਮ ਕੀਤਾ। ਤੁਸੀਂ ਥੱਲੀ ਸਤ੍ਹਾ ਦੇ ਨਾ ਵੇਖੋ ਕਿ ਜਨਾਬ ਮਹਿੰਗਾਈ ਹੈ, ਇਹ ਠੀਕ ਹੈ ਮਹਿੰਗਾਈ ਹੈ ਵੇ, ਅੱਛਾ, ਪਹਿਲਾਂ ਕਿਸੇ ਨੂੰ ਪਤਾ ਨਹੀਂ IMF ਕੀ ਹੁੰਦੀ ਹੈ। ਠੀਕ ਹੈ। ਹੁਣ ਅਲਹਮਦੁਲਿਲਾ ਸਾਰਿਆਂ ਨੂੰ ਪਤਾ ਹੈ ਕਿ ਕਿੰਜ ਆਉਂਦੇ ਨੇ, ਕਿੰਜ ਪੈਸੇ ਜਾਂਦੇ ਨੇ। ਜ਼ਿੰਦਾਬਾਦ ਪੀਟੀਆਈ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ। ਠੀਕ ਹੈ ਜਨਾਬ। अच्छा, वैसे ओवरऑल फिर ऐसा हल्के दे विच पीटीआई जीतेगी? अल्हम्दुलिल्लाह इंशाल्लाह ताला जनाब। चलो चलो PTI जनाब। चलो ठीक है। जी हाँ नाज़रीन, आपने देखा कि यहाँ पर जो लोग हैं वो अपने पॉइंट ऑफ व्यू जो थे वो दे रहे थे, अपने ख्यालात का इजहार कर रहे थे। अब फैसला 28 तारीख को होगा कि कौन सी सियासी जमात यहाँ से विन करती है।